ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵੈਲਕਮ ਟੂ ਦੀ ਸਪਿਰਚੁਅਲ ਜਰਨੀ ਦਰਸ਼ਨ ਮਾਰਗ ਕਿ ਜੋ ਮਹਾਰਾਜ ਦਰਸ਼ਨ ਦਾਸ ਨੇ ਸਾਨੂੰ ਮਾਰਗ ਦਾਸ ਧਰਮ ਦਾ ਦਿੱਤਾ। ਉਹਦੇ ਵਿੱਚ ਜਿਹੜੇ ਸੇਵਕਾਂ ਨੂੰ ਮੌਕਾ ਮਿਲਿਆ ਮਹਾਰਾਜ ਜੀ ਦੇ ਨਾਲ ਰਹਿਣ ਦਾ, ਉਹਨਾਂ ਦੇ ਕੋਲ ਰਹਿਣ ਦਾ, ਉਹਨਾਂ ਦੇ ਦਰਬਾਰ ਰਹਿਣ ਦਾ, ਤੇ ਉਹਨਾਂ ਦੀ ਜ਼ਬਾਨੀ ਉਹਨਾਂ ਕੋਲੋਂ ਅਸੀਂ ਪੁੱਛਦੇ ਹਾਂ ਕਿ ਹਾਂ ਵੀ ਉਹਨਾਂ ਨੇ ਕੀ ਦੇਖਿਆ, ਕੀ ਕਰਦੇ ਸੀ, ਉਹਨਾਂ ਦੀ ਕੀ ਐਕਟੀਵਿਟੀ ਸੀ, ਜਾਂ ਲੋਨੀ ਦਰਬਾਰ ਜਾਂ ਬਟਾਲਾ ਡੇਰਾ ਸਾਹਿਬ। ਤੇ ਅੱਜ ਸਾਡੇ ਨਾਲ ਨੇ ਦਾਸ ਸ਼ਾਰਦਾ ਜੀ, ਕਿ ਉਹਨਾਂ ਨੂੰ ਪੁੱਛਦੇ ਆ ਕਿ ਉਹ ਜਦੋਂ ਲੋਨੀ ਦਰਬਾਰ ਰਹਿੰਦੇ ਸੀ ਤੇ ਉੱਥੇ ਕੀ ਡਿਊਟੀਆਂ ਸੀਗੀਆਂ ਤੇ ਕੀ ਉਹਨਾਂ ਨੇ ਮਹਾਰਾਜ ਜੀ ਦੀਆਂ ਰਹਿਮਤਾਂ ਦੇਖੀਆਂ। ਸ਼ਾਰਦਾ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵੈਲਕਮ ਜੀ। ਠੀਕ ਹੋ? ਠੀਕ ਜੀ। ਸ਼ਾਰਦਾ ਜੀ, ਇਹ ਦੱਸੋ ਕਿ ਕਪੂਰਥਲਾ ਤੋਂ, ਪੰਜਾਬ ਤੋਂ ਜਦੋਂ ਸਾਰਾ ਪਰਿਵਾਰ ਦਿੱਲੀ ਲੋਨੀ ਦਰਬਾਰ ਆ ਗਿਆ ਤੇ ਉੱਥੇ ਆ ਕੇ ਫਿਰ ਕੀ ਕਰਦੇ ਸੀ? ਲੰਗਰ ਖਾ ਕੇ ਸੌ ਜਾਂਦੇ ਸੀ ਜਾਂ ਕੁਛ ਉੱਥੇ ਐਕਟੀਵਿਟੀ ਵੀ ਹੁੰਦੀ ਸੀ? ਨਹੀਂ ਭਾਜੀ, ਇਦਾਂ ਦੀ ਤਾਂ ਕੋਈ ਚੀਜ਼ ਨਹੀਂ ਸੀ। ਰਹਿਮਤ ਹੀ ਬੜੀ ਸੀ ਭਾਜੀ। ਸਵੇਰੇ ਉੱਠਣਾ 2:30 ਵਜੇ ਭਾਜੀ, 2:30 ਵਜੇ ਇਸ਼ਨਾਨ ਕਰਨਾ, ਸਭ ਨੇ ਪ੍ਰਭਾਤ ਫੇਰੀ 3:35 ਤੇ ਪ੍ਰਭਾਤ ਫੇਰੀ ਨਿਕਲਦੀ ਸੀ। ਉਸ ਤੋਂ ਬਾਅਦ ਦਰਬਾਰ ਸਾਹਿਬ ਜਾਣਾ। ਹਰ ਰੋਜ਼ ਸਵੇਰੇ ਪ੍ਰਭਾਤ ਫੇਰੀ ਨਿਕਲਦੀ ਸੀ, ਸਾਰਿਆਂ ਨੂੰ ਉਹਦੇ ਵਿੱਚ ਸ਼ਾਮਲ ਹੋਣਾ ਪੈਂਦਾ ਸੀ? ਸਾਰਿਆਂ ਨੂੰ। ਕਿ ਮੂੰਹ ਧੋ ਕੇ ਸਾਰੇ ਦੌੜ ਪੈਂਦੇ ਸੀ ਜਾਂ ਇਸ਼ਨਾਨ ਕਰਕੇ ਜਾਣਾ ਪੈਂਦਾ ਸੀ? ਨਹੀਂ, ਬਹੁਤ ਘੱਟ ਕੇ ਇਸ਼ਨਾਨ ਕਰਦੇ ਸੀ। ਕਈਆਂ ਉੱਤੇ ਤਾਂ ਪਾਣੀ ਪਾ ਦਿੰਦੇ ਸੀ, ਉੱਠਦੇ ਨਹੀਂ ਸੀ ਕਈ। ਪਰ ਮਹਾਰਾਜ ਡਿਊਟੀ ਲਾਈ ਸੀ, ਸਭ ਨੇ ਪ੍ਰਭਾਤ ਫੇਰੀ ਤੇ ਜਾਣਾ ਹੈ। ਸਭ ਉੱਠਦੇ ਸੀ, ਜਾਂਦੇ ਸਾਰੇ ਸੀ। ਉਸ ਤੋਂ ਬਾਅਦ ਆ ਜਾਣਾ, ਉੱਥੇ ਦਰਬਾਰ ਸਾਹਿਬ ਕੀਰਤਨ ਹੋਣਾ। ਕੀਰਤਨ ਤੋਂ ਬਾਅਦ ਫਿਰ ਸਾਡੀ ਡਿਊਟੀ ਲੱਗਦੀ ਸੀ, ਅਸੀਂ ਦਰਬਾਰ ਸਾਹਿਬ ਧੋਂਦੇ ਸੀ। ਉਸ ਤੋਂ ਬਾਅਦ ਦਰਬਾਰ ਸਾਹਿਬ ਧੋ ਕੇ ਫਿਰ ਅਸੀਂ ਲੰਗਰਗਾਹ ਚਲ ਜਾਣਾ। ਦਰਬਾਰ ਸਾਹਿਬ ਦੀ ਜਿਹੜੀਆਂ ਪੌੜੀਆਂ ਹੁੰਦੀਆਂ ਸੀਗੀਆਂ ਉਹਨਾਂ ਸਾਰਿਆਂ ਨੂੰ ਧੋਣਾ ਕੱਚੀ ਹਾਂ, ਲੱਸੀ? ਪੂਰਾ ਜਿੱਥੇ ਮਹਾਰਾਜ ਦਾ ਮਤਲਬ ਰੱਖਿਆ ਸੀ ਪ੍ਰਕਾਸ਼, ਉੱਥੋਂ ਲੈ ਕੇ ਪੂਰਾ ਥੱਲੇ ਤੱਕ ਧੋਂਦੇ ਸੀ ਜੀ। ਅੱਛਾ, ਉਸ ਤੋਂ ਬਾਅਦ? ਹਾਂਜੀ, ਉਸ ਤੋਂ ਬਾਅਦ ਫਿਰ ਅਸੀਂ ਆ ਜਾਣਾ ਘਰਾਂ ਨੂੰ। ਘਰ ਆ ਕੇ ਥੋੜਾ ਬਹੁਤਾ ਜੇ ਕੰਮ ਹੋਣਾ ਉਹ ਕਰਨਾ, ਉਹ ਕਰਕੇ ਉਸ ਤੋਂ ਬਾਅਦ ਫਿਰ ਲੰਗਰ। ਉਸ ਤੋਂ ਬਾਅਦ 10:30 ਵਜੇ ਫਿਰ ਪ੍ਰਭਾਤ ਫੇਰੀ ਨਿਕਲਦੀ ਸੀ, ਗੱਦੀ ਲੱਗਦੀ ਸੀ ਤੇ ਅਸੀਂ ਲੋਕ ਸੱਚਖੰਡ ਦੀ ਸੇਵਾ ਕਰਨ ਚਲੇ ਜਾਂਦੇ ਸੀ। ਸੱਚਖੰਡ ਚ ਕੀ ਸੇਵਾ ਕਰਦੇ ਸੀ? ਸੱਚਖੰਡ ਵੀ ਕੱਚਾ ਸੀ ਭਾਜੀ, ਉੱਥੇ ਜੇ ਦੇਖਣਾ ਪੈਂਦਾ ਸੀ ਹਫ਼ਤੇ ਬਾਅਦ। ਗੋਬਰ ਦਾ ਮਤਲਬ ਲੇਪ ਕਰਦੇ ਸੀ, ਪੋਚਾ ਮਾਰਦੇ ਸੀ ਅਸੀਂ। ਅੱਛਾ, ਸਾਰੇ ਸੱਚਖੰਡ ਦੇ ਅੰਦਰ ਜਿੱਥੇ ਧੂਣਾ ਸਾਹਿਬ ਜੀ ਹੁੰਦੇ ਸੀ ਉੱਥੇ ਸਾਰੇ ਗੋਬਰ ਦਾ ਲੇਪ ਕੀਤਾ ਜਾਂਦਾ ਸੀ? ਹਾਂਜੀ। ਫਿਰ ਕੋਈ ਜਿੱਦਾਂ ਸਾਰੇ ਸੇਵਕ ਕਈ ਰਹਿੰਦੇ ਸੀ, ਉਹਨਾਂ ਦੇ ਕੱਪੜੇ ਧੋ ਦੇਣੇ। ਇਹ ਸਾਰੀ ਸੇਵਾ ਕਰ ਕੇ ਤੇ ਕਈ ਵਾਰੀ ਕਿਸਮਤ ਅੱਛੀ ਮਹਾਰਾਜ ਜੀ ਬਣਾ ਦਿੰਦੇ ਸੀ ਤੇ ਮਹਾਰਾਜ ਜੀ ਆਪ ਹੀ ਕਈ ਵਾਰੀ ਆ ਜਾਂਦੇ ਸੀ ਬਾਹਰ ਹੀ। ਕਈ ਵਾਰ ਫਿਰ ਦਰਸ਼ਨ ਹੋ ਜਾਣਾ, ਜੇ ਮੈਂ ਕਿਸੇ ਦਾ ਝਾੜੂ ਮਾਰਨਾ ਜਾਂ ਪੋਚਾ ਮਾਰਦੇ ਹੋਣਾ ਤੇ ਮਹਾਰਾਜ ਜੀ ਆ ਜਾਣਾ, ਦਰਸ਼ਨ ਦੇ ਜਾਣਾ ਕਰਨਾ। ਫਿਰ ਮਹਾਰਾਣੀ ਨੂੰ ਕਹਿਣਾ ਕਿ ਇਹਨਾਂ ਨੂੰ ਚਾਹ ਦੇ ਕੇ ਆ ਬੀਬਾ। ਫਿਰ ਅਸੀਂ ਕੰਮ ਕਰ ਕੇ ਫਿਰ ਅਸੀਂ ਬਾਹਰ ਆਏ। ਫਿਰ 10:30 ਗੱਦੀ ਪ੍ਰਭਾਤ ਫੇਰੀ ਨਿਕਲਦੀ ਸੀ, ਗੱਦੀ ਲੱਗਦੀ ਸੀ। ਫਿਰ ਉਸ ਤੋਂ ਬਾਅਦ ਸਾਡੀ ਡਿਊਟੀ ਲਾਤੀ ਮਹਾਰਾਜ ਨੇ ਕਿ ਤੁਸੀਂ ਕੀਰਤਨ ਕਰਨਾ ਹੈ। ਫਿਰ ਅਸੀਂ ਕੀਰਤਨ ਕਰਦੇ ਸੀ ਸਾਰੇ ਜਾਣੇ, ਲੜਕੀਆਂ ਹੈਗੀਆਂ ਸੀ 5-6 ਜਾਨੀਆਂ, ਕੀਰਤਨ ਕਰਦੀਆਂ ਸੀ। ਮੈਨੂੰ ਪਤਾ ਕਿ ਲੋਨੀ ਦਰਬਾਰ ਕਾਫੀ ਕਹਿੰਦੇ ਜੱਥੇ ਹੁੰਦੇ ਸੀ ਕੀਰਤਨੀਏ, ਤੇ ਆਪਣੇ ਨੰਬਰ ਲਾਉਣ ਵਾਸਤੇ ਸਾਰੇ ਖੜੇ ਰਹਿੰਦੇ ਸੀ ਕਿ ਸਾਡੀ ਵਾਰੀ ਆਏ। ਹਾਂਜੀ। ਉਹੀ ਫਿਰ ਕੀਰਤਨ ਕਰਨਾ, ਉਸ ਬਾਅਦ ਫਿਰ satsang ਹੋਣਾ, ਫਿਰ ਗੱਦੀ ਜੀ ਸਮਾਪਤ ਹੋਣੀ, ਫਿਰ ਫੇਰੀ ਨਿਕਲਦੀ ਸੀ। ਫੇਰੀ ਨਿਕਲ ਕੇ ਫਿਰ ਅਸੀਂ ਲੰਗਰ ਘਰ ਉਸ ਤੋਂ ਬਾਅਦ ਚ ਜਾਣਾ, ਲੰਗਰ ਬਣਾਣਾ ਜਾਂ ਪੁੱਛਣਾ ਵੀ ਬਣਾਣਾ ਹੈ, ਫਿਰ ਅਸੀਂ ਬਣਾਉਣ ਜਾਣਾ। ਫਿਰ ਉਸ ਤੋਂ ਬਾਅਦ ਫਿਰ ਲੰਗਰ ਖੁੱਲ ਜਾਣਾ 8 ਵਜੇ। ਫਿਰ ਬਰਤਨਾਂ ਦੀ ਸੇਵਾ ਤੇ ਚਲ ਜਾਣਾ, ਬਰਤਨਾਂ ਦੀ ਡਿਊਟੀ ਲੱਗੀ ਸੀ ਉਹ ਕਰਨ ਚਲ ਜਾਣਾ। ਫਿਰ ਲੰਗਰ ਛਕ ਲਿਆ, ਬਰਤਨਾਂ ਦੀ ਡਿਊਟੀ ਕਰ ਲਈ। ਫਿਰ ਰਾਤੀ ਮਹਾਰਾਜ ਨੇ ਕਿਹਾ ਸੀ ਕੀਰਤਨ ਕਰਨਾ ਹੈ। ਕੀਰਤਨ ਤੇ ਸਾਨੂੰ 12 ਵੱਜ ਜਾਂਦੇ ਸੀ।
12 ਵੱਜ ਗਏ, 12 ਵਜੇ ਸਮਾਪਤੀ। ਫਿਰ ਉਸ ਤੋਂ 1-1.5 ਘੰਟਾ ਮਤਲਬ ਸੌਂਦੇ ਸੀ ਸਮਝੋ, ਤੇ ਫਿਰ 2:30 ਵਜੇ ਉੱਠ ਜਾਣਾ। ਮਤਲਬ ਕਿ ਇਹ ਨਹੀਂ ਹੈਗਾ ਕਿ ਆਮ ਲੋਕੀ ਇਹ ਸੋਚਦੇ ਕਿ ਜਿਹੜੇ ਡੇਰਿਆਂ ਤੇ ਰਹਿੰਦੇ ਨੇ ਉਹ ਆਰਾਮ ਨਾਲ ਲੰਗਰ ਛਕਦੇ ਨੇ ਤੇ ਮੰਜੀਆਂ ਤੋੜਦੇ ਨੇ, ਆਰਾਮ ਨਾਲ ਸੌਂਦੇ ਨੇ। ਸੋ ਮਹਾਰਾਜ ਜੀ ਨੇ ਆਪਣੇ ਦਰਬਾਰ ਦੇ ਵਿੱਚ ਸਾਰਿਆਂ ਨੂੰ ਐਕਟਿਵ ਰੱਖਿਆ ਹੋਇਆ ਸੀ, ਸਭ ਦੀ ਸੇਵਾ ਲਾਈ ਹੋਈ ਸੀ ਕਿ ਤਾਂ ਕਿ ਉਹ ਕਰਮ ਕਮਾ ਸਕਣ। ਅੱਛਾ, ਉੱਥੇ ਰਹਿੰਦਿਆਂ ਹੋਇਆਂ ਜਿੱਦਾਂ ਹੁਣ ਸਾਰਾ ਦਿਨ ਤੇ ਸੰਗਤ ਨਹੀਂ ਭੁਗਤਦੀ ਸੀ, ਸਾਰਾ ਦਿਨ ਤੇ ਕਿਸੇ ਵੇਲੇ ਕੰਮ ਨਹੀਂ ਹੁੰਦੇ ਸੀ, ਜਿੱਦਾਂ ਵੀਰਵਾਰ ਛੁੱਟੀ ਹੁੰਦੀ ਸੀ, ਕੋਈ ਆਪਣਾ ਗੱਦੀ ਨਹੀਂ ਲੱਗਦੀ ਸੀ, ਕੀਰਤਨ ਦਰਬਾਰ ਨਹੀਂ ਹੁੰਦਾ ਸੀ, ਮਹਾਰਾਜ ਜੀ ਆਉਂਦੇ ਸੀ। ਕੋਈ ਇਹੋ ਜਿਹੀ ਗੱਲ ਕਿ ਜਦੋਂ ਮਹਾਰਾਜ ਜੀ ਵੀ ਕਹਿੰਦੇ ਉੱਥੇ ਪਿੱਛੇ ਆ ਕੇ ਪਰਿਵਾਰ ਨਾਲ, ਫੈਮਲੀਆਂ ਨਾਲ ਬਹੁਤ ਖੇਡਦੇ ਸੀ, ਕੋਈ ਇਹੋ ਜਿਹੀ ਘਟਨਾ, ਕੋਈ ਇਹੋ ਜਿਹੀ ਸੋਰੀ ਸਾਖੀ ਤੁਹਾਡੇ ਨਾਲ ਵਾਪਰੀ ਹੋਵੇ? ਬਹੁਤ ਵੀਰਵਾਰ ਤਾਂ ਆ ਜਾਂਦੇ, ਸਾਰਾ ਦਿਨ ਪਿੱਛੇ ਹੀ ਬੈਠੇ ਰਹਿੰਦੇ ਸੀ, ਉੱਥੇ ਹੀ ਲੰਗਰ ਆ ਜਾਂਦਾ ਸੀ, ਉੱਥੇ ਹੀ ਸਭ ਕੁਝ। ਇੱਕ ਵਾਰੀ ਉਹ ਆਸ਼ਾ ਸੀ ਮੇਰੇ ਨਾਲ, ਮੈਂ ਸੀ, ਤੇ ਕਹੇ ਬਾਈ ਦਾ ਸਾਈਕਲ ਕੰਟੀਨ ਤੋਂ ਲੈ ਆਏ, ਆਸ਼ਾ ਲਿਆ ਕੇ ਤੇ ਕੌਣ? ਆਸ਼ਾ ਭੈਣ ਜੀ, ਅੱਛਾ ਮੇਰੀ ਭੈਣ, ਬਾਈ ਦੀ ਬੇਟੀ। ਅੱਛਾ, ਤੁਹਾਡੇ ਭੈਣ ਜੀ, ਓਕੇ। ਹਾਂਜੀ, ਤੇ ਸਾਈਕਲ ਲੈ ਕੇ ਆ ਗਏ ਤੇ ਆਸ਼ਾ ਨੂੰ ਕਹਿੰਦੇ ਰੋਣ ਕੱਟੀ ਜਾਣ, ਤੇ ਕਹਿੰਦੇ ਆਸ਼ਾ ਚੱਲ ਦੇ ਸਾਈਕਲ ਤੇ ਨਾ ਤੂੰ ਬੈਠ। ਉਹ ਜਿੱਦਾਂ ਹੀ ਬੈਠਣ ਲੱਗਦੀ ਤਾਂ ਮਹਾਰਾਜ ਤੇਜ਼ ਸਾਈਕਲ ਕਰ ਲੈਂਦੇ, ਉਹ ਗਿਰ ਜਾਂਦੀ। ਅੱਛਾ, ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਰੋਣ ਕੱਟਿਆ, ਕਹਿੰਦੇ ਚੱਲ ਆਸ਼ਾ ਹੁਣ ਫੇਰ ਬੈਠ, ਹੁਣ ਨਹੀਂ ਮੈਂ ਤੈਨੂੰ ਗਿਰਾਵਾਂਗਾ। ਕਹਿੰਦੇ ਚੱਲ ਠੀਕ ਹੈ, ਚੱਲਦੀ ਸਾਈਕਲ। ਫਿਰ ਮਹਾਰਾਜ ਤੇਜ਼ ਕਰ ਲੈਂਦੇ ਸੀ। ਉਹਨੂੰ ਏਦਾਂ ਨਾ 3 ਵਾਰੀ ਗਿਰਾਤਾ, ਮਹਾਰਾਜ ਨੇ ਬਿਠਾਇਆ ਹੀ ਨਹੀਂ ਸਾਈਕਲ ਤੇ। ਉਸ ਤੋਂ ਬਾਅਦ ਮੈਨੂੰ ਕਹਿੰਦੇ ਚੱਲ ਸ਼ਾਦਰਾ ਆ ਜਾ, ਤੈਨੂੰ ਮੈਂ ਬਿਠਾਵਾਂ। ਮੈਂ ਕਿਹਾ ਨਾ ਨਾ ਮਹਾਰਾਜ ਜੀ, ਤੁਸੀਂ 3 ਵਾਰੀ ਉਹਨੂੰ ਗਿਰਾਤਾ, ਨਹੀਂ ਬਿਠਾਇਆ, ਮੈਂ ਨਹੀਂ ਬਹਿਣਾ। ਕਹਿੰਦੇ ਚੱਲੀ ਹੋਈ ਏ, ਮੈਂ ਤੈਨੂੰ ਨਹੀਂ ਗਿਰਾਵਾਂਗਾ, ਇੱਕ ਵਾਰੀ ਕਹਿਤਾ ਨਾ ਤੈਨੂੰ। ਮੈਂ ਕਿਹਾ ਨਹੀਂ ਮਹਾਰਾਜ ਜੀ, ਮੈਂ ਬਹਿ ਹੀ ਨਹੀਂ ਸਕਦੀ, ਤੁਸੀਂ ਚਲਾਉਂਦੇ ਹੋ, ਚੱਲਦੀ ਸਾਈਕਲ ਤੇ ਮੈਂ ਬਹਿੰਦੀ ਨਹੀਂ। ਕਹਿੰਦੇ ਅੱਛਾ ਚੱਲ ਠੀਕ ਹੈ, ਮੈਂ ਰੋਕਾਂ? ਮੈਂ ਕਿਹਾ ਨਹੀਂ, ਮੈਂ ਬਹਿਣਾ ਨਹੀਂ, ਤੁਸੀਂ ਮੈਨੂੰ ਗਿਰਾਓਗੇ ਜ਼ਰੂਰ। ਕਹਿੰਦੇ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ। ਫਿਰ ਚੱਕਰ ਕੱਟੀ ਜਾਂਦੇ ਨੇ ਤੇ ਘੁੰਮੀ ਜਾ ਰਹੇ ਨੇ ਦਾਇਰੇ 'ਚ। ਮੈਂ ਕਿਹਾ ਅੱਛਾ, ਫਿਰ ਮੈਂ ਕਿਹਾ ਤੁਸੀਂ ਰੋਕੋਗੇ ਤਾਂ ਮੈਂ ਬੈਠਾਂਗੀ, ਨਹੀਂ ਤਾਂ ਮੈਂ ਨਹੀਂ ਬੈਠਾਂਗੀ। ਕਹਿੰਦੇ ਅੱਛਾ ਚੱਲ। ਰੋਕ ਲਿਆ ਮੈਨੂੰ, ਫਿਰ ਬਿਠਾਇਆ ਮੈਨੂੰ, ਫਿਰ ਚੱਕਰ ਪੂਰਾ ਹੀ ਲਵਾਇਆ। ਫਿਰ ਆਸ਼ਾ ਕਹਿੰਦੀ ਦੇਖਿਆ ਜੇ ਤੁਸੀਂ ਮਹਾਰਾਜ ਜੀ, ਤੁਸੀਂ ਫਰਕ ਕਰਦੇ ਹੋ ਨਾ, ਤੁਸੀਂ ਮੈਨੂੰ 3 ਵਾਰੀ ਗਿਰਾਤਾ, ਇਹਨੂੰ ਗਿਰਾਇਆ ਹੀ ਨਹੀਂ। ਏਦਾਂ ਦੇ ਖੇਡਾਂ ਕਰਦੇ ਸੀ, ਇਹ ਉੱਥੇ ਹੈ ਆ ਕੇ ਕਿ ਬੱਚਿਆਂ ਨਾਲ ਖੇਲਦੇ। ਕਹਿੰਦੇ ਆ ਕਿ ਉਹ ਬੱਚਿਆਂ ਨਾਲ ਵੀ ਬੱਚਾ ਹੈ, ਇੱਥੋਂ ਉਹ ਤੇ ਪੀਰਾਂ ਦਾ ਹੀ ਪੀਰ ਹੈ, ਉਹ ਕਹਿੰਦੇ ਨੇ ਬੱਚਿਆਂ ਕਿ ਨਾਲ ਬੱਚਾ। ਉਹ ਪੀਰਾਂ ਦਾ ਵੀ ਪੀਰ, ਬੱਚਿਆਂ ਨਾਲ ਬੱਚਾ। ਸੋ ਬੱਚਿਆਂ ਨਾਲ ਬੱਚਾ ਜੇ ਲਿਖਿਆ ਉਹਦੇ ਵਿੱਚ, ਤੇ ਉਹਨਾਂ ਨੇ ਉਹੋ ਹੀ ਕੀਤਾ ਕਿ ਆਪਣੇ ਆਪ ਨੂੰ ਮਹਾਰਾਜ ਜੀ ਸਮਝ ਕੇ ਨਹੀਂ ਕਿ ਉੱਥੇ ਬੈਠੇ ਰਹਿੰਦੇ ਸੀ, ਕਿ ਇੰਨਾ ਪਿਆਰ ਸੇਵਕਾਂ ਦੇ ਨਾਲ ਆਪਣਾ ਪਰਿਵਾਰ ਸਮਝ ਕੇ ਕਰਦੇ ਸੀ, ਖੇਡਦੇ ਸੀ, ਆਪਣਾ ਟਾਈਮ ਦਿੰਦੇ ਸੀ। ਤੇ ਏਡੀਆਂ ਵੱਡੀਆਂ ਰਹਿਮਤਾਂ ਉਹਦੀਆਂ, ਇਹ ਮੈਮਰੀਆਂ ਬਣ ਕੇ ਰਹਿ ਗਈਆਂ। ਸੋ ਉੱਥੋਂ ਬਾਅਦ ਕੀ ਜੀ, ਸ਼ਾਮ ਨੂੰ ਕੀ ਕਹਿੰਦੇ ਕੀਰਤਨ ਦਰਬਾਰ ਹੁੰਦਾ ਸੀ, ਮਹਾਰਾਜ ਜੀ ਆਉਂਦੇ ਸੀ? ਹਾਂਜੀ ਹਾਂਜੀ ਹਾਂਜੀ, ਸਵੇਰੇ 5 ਵਜੇ ਜਾਂ 4 ਵਜੇ ਮਹਾਰਾਜ ਜਾਂਦੇ ਸੀ, ਕੀਰਤਨ ਕਰਦੇ ਰਹਿੰਦੇ ਸੀ, ਇੰਨੀ ਮਸਤੀ ਦੇ ਵਿੱਚ ਰਹਿੰਦੇ ਸੀ। ਸਾਨੂੰ ਤਾਂ ਉੱਥੇ ਸਮਝੋ ਜੱਗ ਭੁੱਲਿਆ ਹੀ ਹੋਇਆ ਸੀ ਭਾਜੀ। ਹੁਣ ਵਿਆਹ ਹੋਇਆ ਤਾਂ ਸਾਨੂੰ ਪਤਾ ਲੱਗਾ, ਸਾਨੂੰ ਉਹਨਾਂ ਯਾਦਾਂ ਆਉਂਦੀਆਂ। ਸਾਨੂੰ ਸਹੀ ਪੁੱਛੋ ਤਾਂ ਹੁਣ ਸਾਨੂੰ ਅੱਛਾ ਨਹੀਂ ਲੱਗਦਾ। ਇਹ ਉਦੋਂ ਸਾਰਿਆਂ ਦਾ ਧਿਆਨ ਇਹ ਹੁੰਦਾ ਸੀ, ਜਦੋਂ ਕੋਈ ਬਾਹਰੋਂ ਆਉਂਦਾ ਸੀ, ਕਿ ਵੀ ਇਹ ਲੋਕੀ ਬਾਹਰ ਰਹਿੰਦੇ ਆ, ਕਿੱਦਾਂ ਦੀ ਜ਼ਿੰਦਗੀ ਜਿੰਦੇ ਹੋਣੇ ਆ। ਤੇ ਹੁਣ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਕਿ ਉਦੋਂ ਲੰਗਰ ਘਰ 'ਚ ਕਿੱਦਾਂ ਦੀ ਮਾਹੌਲ ਹੁੰਦਾ ਸੀ। ਬਹੁਤ ਮਾਹੌਲ ਅੱਛਾ ਸੀ। ਵੀਰਵਾਰ ਜੀ ਛੁੱਟੀ ਹੋਣੀ, ਸਾਰਾ ਲੰਗਰ ਘਰ ਭਾਈ ਸਾਫ਼ ਕਰਨਾ, ਸਾਰੀ ਸਫਾਈ ਕਰਨੀ। ਜਿੱਥੇ ਸਤਸੰਗ ਹਾਲ ਹੈ ਉਹ ਵੀ ਕੱਚਾ ਹੁੰਦਾ ਸੀ, ਉੱਥੇ ਪੋਚਾ ਫੇਰਨਾ ਵੀਰਵਾਰ ਤੇ ਵੀਰਵਾਰ, ਕਿਉਂਕਿ ਵੀਰਵਾਰ ਗੱਦੀ ਨਹੀਂ ਲੱਗਦੀ ਸੀ। ਵੀਰਵਾਰ ਵੀ ਅਸੀਂ ਕੋਈ ਉਹ ਨਹੀਂ ਰਹਿੰਦੇ ਸੀ, ਵੀਰਵਾਰ ਵੀ ਸਾਰੇ ਸੰਗਤਾਂ ਮਤਲਬ ਐ ਹੀ ਸੇਵਾ ਕਰਦੇ। ਸੋ ਵੀਰਵਾਰ ਸਫਾਈ ਦਾ ਦਿਨ ਸੀਗਾ, ਹਾਂਜੀ ਹਾਂਜੀ ਸਤਸੰਗ ਨਹੀਂ ਹੁੰਦਾ ਸੀ, ਗੱਦੀ ਨਹੀਂ ਲੱਗਦੀ ਸੀ, ਕੀਰਤਨ ਨਹੀਂ ਹੁੰਦਾ ਸੀ, ਹਾਂਜੀ, ਸਫਾਈ ਦਾ ਦਿਨ ਹੁੰਦਾ ਸੀ ਕਿ ਸਾਰਿਆਂ ਨੇ ਸਫਾਈ ਕਰਨੀ। ਲੰਗਰ ਘਰ ਪੂਰਾ, ਸਤਸੰਗ ਹਾਲ ਪੂਰਾ, ਅੰਦਰ ਸੱਚਖੰਡ ਵੀ, ਸਾਰੇ ਮਤਲਬ ਗੋਬਰ ਅਸੀਂ ਮਤਲਬ ਕੱਚਾ ਹੀ ਸੀ, ਗੋਬਰ ਹੀ ਫੇਰਨਾ ਹੁੰਦਾ। ਅੱਛਾ, ਹੋਰ ਕੋਈ ਮਹਾਰਾਜ ਦੀ ਇਹੋ ਜਿਹੀ ਯਾਦ ਉੱਥੇ ਡੇਰੇ 'ਚ? ਕਹਿੰਦੇ ਕਿ ਮਹਾਰਾਜ ਜੀ ਬਹੁਤ ਕੌਤਕ ਕਰਦੇ ਹੁੰਦੇ ਸੀ, ਬੜੀਆਂ ਖੇਡਾਂ ਕਰਦੇ ਹੁੰਦੇ ਸੀ।
ਖੇਡਾਂ ਬਹੁਤ ਕੀਤੀਆਂ ਭਾਜੀ। ਇੱਕ ਵਾਰੀ ਤੁਹਾਡੀ ਹੀ ਗੱਲ ਹੈ ਭਾਜੀ, ਤੁਸੀਂ ਉਹ ਦੀਦਾਰੇ ਨਾਨਕ ਸ਼ਾਦਰੇ ਤੁਸੀਂ ਜਾਂਦੇ ਸੀ ਕਿਤਾਬ ਦੇ ਪੈਕ ਉੱਤੇ, ਤੇ ਤੁਸੀਂ ਘਰ ਆਏ ਤੇ ਘਰ ਨਾ ਸਾਬਣ ਨਹੀਂ ਸੀ। ਸਾਨੂੰ ਖਰਚਾ ਨਹੀਂ ਮਿਲਿਆ ਜੀ, ਬਾਊ ਜੀ ਝਾਈ ਜੀ ਸਾਰੇ ਮਤਲਬ ਕਪੂਰਥਲੇ ਗਏ ਹੋਏ ਸੀ ਕਿ ਮਤਲਬ ਕਿ ਤੇ ਕਿਸੇ ਮਿਸ ਤੁਸੀਂ ਹੋ ਜਾਂਦਾ ਸੀ, ਕਦੀ ਪੈਸੇ ਮਿਲਦੇ ਸੀ ਕਦੀ ਨਹੀਂ। ਹਾਂ, ਉਹਨਾਂ ਨੂੰ ਇਹ ਸੀ ਕਿ ਇਹ ਤਿੰਨੇ ਹੈਗੇ ਨੇ ਤੇ ਸ਼ੌਕੀ ਤੇ ਬਾਹਰ ਰਹਿੰਦਾ, ਉਹ ਰਾਤੀ ਆਂਦਾ ਹੈ। ਤੁਹਾਡੇ ਵੱਲੋਂ ਵੀ ਮਤਲਬ ਉਹ ਰਾਤੀ ਆਂਦਾ ਹੈ ਤੇ ਕੋਈ ਇਹਨਾਂ ਨੂੰ ਲੰਗਰ ਉੱਥੋਂ ਮਿਲ ਹੀ ਜਾਣਾ ਹੈ ਤੇ ਖਰਚਾ ਸਾਨੂੰ ਦਿੱਤਾ ਨਹੀਂ, ਮਹਾਰਾਜ ਨੂੰ ਪਤਾ ਨਹੀਂ ਸੀ। ਜੀ ਤੁਸੀਂ ਆਏ ਤੇ ਤੁਸੀਂ ਕਿ ਪੈਂਟ ਧੋ, ਸਾਬਣ ਸਾਡੇ ਕੋਲ ਹੈ ਨਹੀਂ ਸੀ। ਮੈਂ ਕਿਹਾ ਸਾਬਣ ਨਹੀਂ ਹੈ, ਤੁਸੀਂ ਪਿਆ ਕਿਹਾ ਕਿ ਮੈਂ ਤੇ ਚੱਲਾਂ ਵਾ ਕਰ, ਤੁਸੀਂ ਜਾਣਾ ਮੈਂ। ਅਸੀਂ ਕਿਹਾ ਭਾਜੀ ਕਿੱਦਾਂ ਹੀ ਗੱਲ ਕਰਦੇ, ਨਹੀਂ ਚਲੋ ਫਿਰ ਤੁਸੀਂ ਰਹੋ ਇੱਥੇ, ਮੈਂ ਤੇ ਚੱਲਾਂ ਵਾ। ਇੰਨੀ ਗੱਲ ਕਰਦੇ ਕਰਦੇ ਸਾਡਾ ਮੂਡ ਇੰਨੇ ਦੇ ਪਤਾ ਨਹੀਂ ਕਿੱਥੋਂ ਭਾਜੀ ਮਹਾਰਾਜ ਜੀ ਆ ਗਏ। ਦੇਖੋ ਕੱਲੇ ਆਏ ਮਹਾਰਾਜ ਜੀ, ਆਏ ਪਰਦਾ ਚੁੱਕਿਆ ਅੰਦਰ ਆ ਗਏ ਤੇ ਮੈਂ ਆਂਦੇ ਮੈਂ ਕਿਹਾ ਮਹਾਰਾਜ ਜੀ ਇਹ ਸ਼ੋਕੀ ਭਾਈ ਤੇ ਚੱਲੇ ਆ, ਇਹਦੇ ਕਿੱਥੇ? ਮੈਂ ਕਿਹਾ ਇਹ ਤਾਂ ਕਹਿੰਦੇ ਮੈਂ ਕਬੂਤਰੇ ਚੱਲਾਂ ਵਾਪਸ, ਮੈਂ ਨਹੀਂ ਰਹਿਣਾ। ਤੇ ਕਹਿੰਦੇ ਕਿਹੜੀ ਗੱਲੋਂ? ਮੈਂ ਕਿਹਾ ਸਾਬਣ ਨਹੀਂ ਹੈਗਾ, ਸਾਨੂੰ ਖਰਚਾ ਨਹੀਂ ਦਿੱਤਾ ਨਾ। ਤੇ ਕਹਿ ਰਹੇ ਪੈਂਟ ਧੋ ਦੇ, ਮੈਂ ਪੈਂਟ ਨਹੀਂ ਧੋਤੀ ਤੇ ਸਾਬਣ ਨਹੀਂ ਹੈਗਾ। ਕਹਿੰਦੇ ਲੈ ਇੰਨੀ ਗੱਲ ਤੋਂ, ਕਹਿੰਦੇ ਖਰਚਾ ਕਿਉਂ ਨਹੀਂ ਦਿੱਤਾ? ਮੈਂ ਪਤਾ ਨਹੀਂ ਮਹਾਰਾਜ ਜੀ, ਕਹਿੰਦੇ ਸਾਰਿਆਂ ਨੂੰ ਦੇ ਗਏ। ਮੈਂ ਕਿਹਾ ਦੇ ਗਏ ਨੀ। ਕਹਿੰਦੇ ਅੱਛਾ ਚੱਲ ਤੁਹਾਨੂੰ ਉਸੇ ਵੇਲੇ ਹੀ ਭੇਜਿਆ, ਚੱਲ ਜਾ ਲੰਗਰ ਕਰਕੇ ਹੀ। ਮਹਾਰਾਜ ਜੀ ਨੇ ਇੱਕ ਕੋਲੀ ਚੀਨੀ ਮੰਗਾਈ, ਇੱਕ ਕੋਲਾ ਪੱਤੀ, ਦੋਨੇ ਤੁਸੀਂ ਲੈ ਕੇ ਆਏ। ਲੈ ਕੇ ਆਏ ਤੇ ਫਿਰ ਚਾਹ ਪੀਤੀ, ਤੁਹਾਨੂੰ ਵੀ ਪਿਲਾਈ, ਮਹਾਰਾਜ ਨੇ ਆਪ ਵੀ ਪੀਤੀ। ਫਿਰ ਤੁਹਾਨੂੰ 200 ਰੁਪਇਆ ਦਿੱਤਾ, ਕਹਿੰਦੇ ਐ ਲੈ ਫੜ, ਬਾਈ ਦਾ ਸਾਈਕਲ ਫੜ ਤੇ 2 ਨੰਬਰ ਤੋਂ ਆਪਣਾ ਸਾਬਣ ਚੀਨੀ ਲੈ ਕੇ ਆ, ਜੋ ਜੋ ਸਮਾਨ ਨਹੀਂ ਹੈ। ਬਾਕੀ ਕੋਈ ਗੱਲ ਨਹੀਂ, ਤੁਹਾਨੂੰ ਖਰਚਾ ਦੇਣਗੇ, ਤੁਸੀਂ ਲੈ ਲੈਣਾ, ਤੁਸੀਂ ਇਹ ਨਹੀਂ ਕਹਿਣਾ, ਤੁਸੀਂ ਲੈ ਲੈਣਾ। ਤੇ ਮਹਾਰਾਜ ਨੇ ਪੈਸੇ ਦਿੱਤੇ ਇਹ ਨਹੀਂ ਕਹਿਣਾ। ਹਾਂਜੀ, ਇਹ ਨਹੀਂ ਕਹਿਣਾ, ਤੁਸੀਂ ਬਸ ਤੁਸੀਂ ਲੈ ਲੈਣਾ। ਮੈਂ ਵੈਸੇ ਪੁੱਛਾਂਗਾ ਭਾਦੀਪ ਨੂੰ, ਉਹਨਾਂ ਨੂੰ ਖਰਚਾ ਕਿਉਂ ਨਹੀਂ ਦਿੱਤਾ, ਇੰਨੀ ਗੱਲ ਜ਼ਰੂਰ ਕਹੀ। ਨਾਲ ਮਾਨ ਸਿੰਘ ਦਾ ਕਹਿੰਦੇ ਨਾਂ ਲਿਆ ਤਾਂ ਅਸੀਂ ਕਿਹਾ ਕੋਈ ਗੱਲ ਨਹੀਂ, ਠੀਕ ਹੈ ਮਹਾਰਾਜ ਜੀ। ਕਹਿਣ ਦਾ ਭਾਵ ਹੈ ਭਾਜੀ ਕਿ ਦੇਖੋ ਕਿੰਨੇ ਮਤਲਬ ਜਾਣਦੇ ਸੀ, ਫਟ ਆ ਗਏ, ਪਤਾ ਹੀ ਨਹੀਂ। ਦੇਖੋ ਉਹਨਾਂ ਨੂੰ ਹਰ ਇੱਕ ਦੀ ਅੰਦਰ ਆਤਮਾ ਦਾ ਪਤਾ ਸੀਗਾ, ਔਰ ਉਹਨਾਂ ਨੂੰ ਹਰ ਇੱਕ ਪਤਾ ਸੀ ਕਿੱਥੇ ਕੀ ਚੱਲਦਾ ਪਿਆ ਇਸ ਵੇਲੇ। ਇਸੇ ਕਰਕੇ ਉਸੇ ਵੇਲੇ ਹੀ ਉਸ ਥਾਂ ਤੇ ਪਹੁੰਚ ਜਾਂਦੇ ਸੀ। ਤਾਈਓ ਤੇ ਇੰਨਾ ਉਹਨੂੰ ਸੀ ਕਹਿੰਦੇ ਉਹਨਾਂ ਸੀ ਨੂੰ। ਕਿ ਉਹ ਜਾਨੀ ਜਾਨ ਆ, ਉਹ ਜਾਨੀ ਜਾਨ ਆ। ਔਰ ਵਾਕਿਆ ਹੀ ਉਹ ਜਾਨੀ ਜਾਨ ਸੀ, ਉਹ ਜਾਨੀ ਜਾਨ ਹੈਗਾ। ਉਹਨਾਂ ਨੂੰ ਪਤਾ ਹੈਗਾ, ਹਰ ਚੀਜ਼ ਦਾ ਪਤਾ ਹੈਗਾ। ਉਹਨਾਂ ਕੋ ਕੁਝ ਨਹੀਂ ਲੁਕਿਆ। ਕੁਛ ਵੀ ਨਹੀਂ ਲਿਖਿਆ। ਪਿੱਛੇ ਆ ਕੇ ਮਹਾਰਾਜ ਜੀ ਸ਼ਾਮ ਨੂੰ ਕਈ ਵਾਰੀ ਬੱਚਿਆਂ ਦੇ ਨਾਲ ਖੇਡਦੇ ਹੁੰਦੇ ਸੀ ਹਾਂਜੀ ਕਿ ਉਦੋਂ ਜਿਹੜੇ ਬੱਚੇ ਸੀ ਆਪਣੇ ਇਥੋਂ ਦੇ ਸਾਰੇ ਰਹਿੰਦੇ ਲੋਨੀ ਦਰਬਾਰ ਦੇ ਵਿੱਚ, ਤੇ ਕੀ ਹਾਂਜੀ ਕਰਦੇ ਹੁੰਦੇ ਸੀ ਉਹਨਾਂ ਨਾਲ ਮਹਾਰਾਜ ਜੀ? ਖੇਡਦੇ ਸੀ, ਬੱਚਿਆਂ ਨਾਲ ਹੀ ਖੇਡਣ ਲੱਗ ਜਾਂਦੇ ਸੀ। ਉਹ ਖੱਡਾ ਬਣਾਇਆ ਸੀ, ਉਹਦੇ ਵਿੱਚ ਬਹਿ ਜਾਂਦੇ ਸੀ। ਕਿੰਨੇ ਦਿਨ ਕਈ ਵਾਰੀ ਮਹਾਰਾਜ ਬੈਠੇ ਰਹਿੰਦੇ ਸੀ ਬੱਚਿਆਂ ਨਾਲ। ਤੇ ਕਈਆਂ ਉੱਥੇ ਨਾਲ ਕਬੱਡੀ ਖੇਲਣੀ। ਟੋਇਆ ਕੱਢਿਆ ਹੁੰਦਾ ਸੀ ਵੱਡਾ ਸਾਰਾ, ਇੱਕ ਹਾਂਜੀ ਜਿੱਥੋਂ ਮਿੱਟੀ ਪੱਟੀ ਹੋਈ ਸੀ, ਤੇ ਉਹਦੇ ਵਿੱਚ ਬੱਚਿਆਂ ਨੂੰ ਹਾਂਜੀ ਲੈ ਕੇ ਹਾਂਜੀ ਬਹਿ ਜਾਣਾ, ਖੇਡਦੇ ਰਹਿਣਾ। ਹਾਂ, ਵਾਹ। ਚਪੇੜ ਮਾਰਨੀ, ਕਹਿਣਾ ਓਏ ਤੂੰ ਕਿਉਂ ਮਾਰਨਾ ਇਹਨੂੰ, ਮਾਰ ਆਪ ਨਹੀਂ, ਆਹ ਮਾਰਦੇ ਨਹੀਂ, ਕਿਸੇ ਦੂਜੇ ਨੂੰ ਮਾਰਦੇ ਨਹੀਂ। ਤੂੰ ਕਿਉਂ ਮਾਰਦਾ ਪਿਆ ਉਹਨੂੰ? ਉਹਨਾਂ ਨੂੰ ਆਪਸ ਚ ਲੜਾ ਦੇਣਾ, ਔਰ ਮੈਂ ਨਹੀਂ ਮਾਰਿਆ ਉਹਨੇ, ਨਹੀਂ ਮਾਰਿਆ, ਨਹੀਂ ਨਹੀਂ ਇਹਨੇ ਮਾਰਿਆ, ਆਪਸ ਚ ਲੜਾਉਂਦੇ ਸੀ। ਬੱਚੇ ਏਦਾਂ ਨੂੰ ਦੀਆਂ ਆਪਸ ਖੇਡਾਂ। ਲੜਾ ਦੇਣਾ। ਮੈਨੂੰ ਥੱਪੜ ਮਾਰੇ ਇੱਕ ਵਾਰੀ ਵਿਚਕਾਰ, ਆਪ ਹੋ ਗਏ, ਇੱਕ ਪਾਸੇ ਆਸ਼ਾ, ਇੱਕ ਪਾਸੇ ਮੈਂ। ਮੈਨੂੰ ਕਹਿੰਦੇ ਮੇਰੀ ਜੇਬ ਚ ਜਿੰਨੇ ਪੈਸੇ ਨਾ ਕੱਢ ਲੈ, ਜੇਬ ਚ ਹੱਥ ਮਾਰ। ਇਧਰੋਂ ਮੈਂ ਕੱਢ ਲੈ, ਦੂਸਰੀ ਜੇਬ ਚ ਆਸ਼ਾ ਨੂੰ ਕਹਿੰਦੇ ਆ ਤੂੰ ਮੇਰੀ ਜੇਬ ਚ ਹੱਥ ਪਾ। ਉਦੋਂ ਵੀ ਸਾਡੇ ਨਾਲ ਏਦਾਂ ਹੀ ਸੀ, ਸਾਨੂੰ ਥੋੜਾ ਪੈਸੇ ਦੀ ਏਦਾਂ ਹੀ ਸੀ ਭਾਜੀ, ਥੋੜਾ ਤੁਹਾਨੂੰ ਪਤਾ ਹੀ ਹੈ, ਵੱਡੀ ਫੈਮਿਲੀ ਸੀ। ਤੇ ਅਸੀਂ ਨੋਟ ਕੱਢੇ ਭਾਜੀ, ਕਰਾਰੇ ਨੋਟ, 100 ਦਾ ਮੇਰੇ ਕੋਲ ਨਿਕਲਿਆ, 100 ਦਾ ਹੀ ਆਸ਼ਾ ਕੋਲ ਨਿਕਲਿਆ ਦੂਜੀ ਜੇਬ ਚੋਂ। ਵਾਹ। ਕਹਿੰਦੇ ਖੱਪ ਨਾ ਪਾਇਓ ਉਹਨੂੰ, ਇਹ ਏਦਾਂ ਦੇ ਦੇਖੋ, ਕੁੱਤੇ ਕਹਿੰਦੇ ਕੌਣ ਉਹ ਕਰ ਸਕਦਾ ਏਦਾਂ। ਉਹ ਤੇ ਜਿੱਥੇ ਚਾਹੁੰਦੇ ਸੀ, ਜਦੋਂ ਚਾਹੁੰਦੇ ਸੀ, ਕਹਿੰਦੇ ਕਿ ਉਹ ਪੈਸਾ ਕੀ ਪੈਸਾ ਤੇ ਲక్ష్ਮੀ ਜਿਹੜੀ ਕਹਿੰਦੇ ਸੰਤਾਂ ਦੀ ਦਾਸੀ ਹੁੰਦੀ ਹੈ। ਵਾਕਿਆ ਹੀ ਮਹਾਰਾਜ ਦਰਸ਼ਨ ਦਾਸ ਜੀ ਦੇ ਦਾਸੀ ਸੀ ਕਿ ਜਦੋਂ ਚਾਹੁੰਦੇ ਸੀ ਖਾਲੀ ਜੇਬ ਚੋਂ, ਜਿੱਥੇ ਚਾਹੁੰਦੇ ਸੀ ਜਿਹਨੂੰ ਮਰਜ਼ੀ ਪੈਸਾ ਕੱਢ ਕੇ ਦੇ ਦਿੰਦੇ ਸੀ। ਉਹੀ ਇਹੀ ਕਰਦੇ ਸੀ ਬਸ।
ਇਹ ਇੱਕ ਹੋਰ ਜਿਹੜੀ ਗੱਲ ਸ਼ਾਰਦਾ ਜੀ, ਨਾਂ ਤਾਂ ਤੁਹਾਡਾ ਸ਼ਕੁੰਤਲਾ ਜੀ ਸੀ, ਇਹ ਸ਼ਾਰਦਾ ਜੀ ਕਿੱਦਾਂ ਬਣ ਗਿਆ? ਇਹ ਮੈਂ ਨੀਰਾ ਦੇ ਘਰ ਮੈਂ ਗਈ, ਬਲਿੰਦਰ ਭਾਈ ਦੇ ਨਾਲ ਹੀ ਘਰ ਸੀ ਨੀਰਾ ਉਹਨਾਂ ਦਾ। ਤੇ ਮੈਂ ਗਈ, ਉੱਥੇ ਨਾ ਮਹਾਰਾਜ ਜੀ ਆਏ ਤੇ ਸਾਨੀ ਬਾਬਾ ਜੀ ਪਹਿਲਾਂ ਹੀ ਉੱਥੇ ਸੀ, ਤੇ ਕੋਮਲ ਭਾਜੀ ਤੇ ਮਹਾਰਾਜ ਜੀ ਆਏ ਤੇ ਬੈਠੇ ਹੋਏ ਤੇ ਗੱਲਾਂ ਕਰ ਲੱਗ ਪਏ। ਤੇ ਸਾਨੀ ਬਾਬਾ ਜੀ ਕਹਿਣ ਲੱਗੇ ਇਹ ਨਾ ਸ਼ਕੁੰਤਲਾ ਹੈ, ਕਹਿੰਦੇ ਸ਼ਕੁੰਤਲਾ। ਕੋਮਲ ਭਾਈ ਕਹਿੰਦੇ ਮਹਾਰਾਜ ਇਹ ਨਾ ਸ਼ਕੁੰਤਲਾ ਹੈ। ਕਹਿੰਦੇ ਅੱਛਾ ਸ਼ਕੁੰਤਲਾ ਹੈ, ਕਹਿੰਦੇ ਓਦਾਂ ਵੀ ਸ਼ਾਦ ਹੈ। ਕਹਿੰਦੇ ਨਹੀਂ ਇਹ ਸ਼ਾਦਰਾ ਹੈ, ਸ਼ਾਦਰਾ ਕਮੇਟੀ ਹੈ, ਇਹ ਅੱਜ ਤੋਂ ਇਹ ਸ਼ਾਦਾ ਹੈ, ਇਹ ਸਾਡੀ ਸ਼ਾਦਰਾ ਹੈ। ਉਸ ਦਿਨ ਤੋਂ ਮਹਾਰਾਜ ਨੇ ਮੇਰਾ ਨਾਂ ਸ਼ਾਰਦਾ ਰੱਖਤਾ ਸੀ। ਸ਼ਾਰਦਾ ਨਾਂ ਰੱਖ ਕੇ ਤੇ ਫਿਰ ਛੇੜਦੇ ਰਹਿਣਾ ਕਿ ਵੀ ਸ਼ਾਦਰਾ, ਕਿਉਂਕਿ ਹਾਂਜੀ ਸ਼ਾਦਰਾ ਕਹਿਣਾ ਕਮੇਟੀ। ਇਹ ਸਾਡੀ ਸ਼ਾਦਰਾ ਏ, ਇਹ ਸਾਡੀ ਸ਼ਾਦਰਾ ਏ। ਕਹਿੰਦੇ ਮੈਨੂੰ ਨਹੀਂ ਆਂਦਾ ਕੁਰਕਲਾ ਕਰਕਲਾ, ਇਹ ਕੋਈ ਨਾਂ ਹੈ ਕੁਰਕਲਾ, ਸ਼ਕੁੰਤਲਾ ਕੁਰਕਲਾ, ਮਤਲਬ ਕੁਰਕਲਾ ਕਹਿੰਦੇ ਉੱਥੇ ਹੀ ਕਹਿਣ ਲੱਪੇ। ਕਹਿੰਦੇ ਇਹ ਕੋਈ ਨਾਂ ਹੈ ਕੋਮਲ ਕੁਰਕਲਾ, ਹੈ ਕਿ ਸ਼ਕੁੰਤਲਾ, ਮੈਂ ਨਹੀਂ ਨਾਂ ਲੈਣਾ ਹੈ, ਇਹ ਸ਼ਾਦਰਾ ਏ, ਸ਼ਾਦਰਾ ਕਮੇਟੀ। ਬਸ ਚਲੋ ਉਦੋਂ ਤੋਂ ਬਾਅਦ ਫਿਰ ਮਹਾਰਾਜ ਜੀ ਨੇ ਸ਼ਾਰਦਾ ਨਾਂ ਦੇ ਦਿੱਤਾ ਕਿ ਤੇਰਾ ਨਾਂ ਸ਼ਾਰਦਾ। ਉਸ ਤੋਂ ਬਾਅਦ ਸ਼ਾਦਰਾ ਹੀ ਕਹਿਤਾ, ਬਸ ਸ਼ਾਦਰਾ ਹੈ ਸਾਡੀ। ਸੋ ਡੇਰੇ 'ਚ ਰਹਿੰਦਿਆਂ ਹੋਰ ਵੀ ਕੋਈ ਸ਼ਾਰਦਾ ਜੀ ਕੋਈ ਇਹੋ ਜੀ ਮਹਾਰਾਜ ਦੇ ਨਾਲ, ਕਿਉਂਕਿ ਜਦ ਮਹਾਰਾਜ ਜੀ ਦਾ ਪਰਿਵਾਰ ਸਾਰਾ ਉੱਥੇ ਰਹਿੰਦਾ ਸੀ ਤੇ ਕਿੰਨੀਆਂ ਹੀ ਉੱਥੇ ਇਹੋ ਜੀਆਂ ਸਾਖੀਆਂ ਹੋਣੀਆਂ ਜਿਹੜੀਆਂ ਕਿ ਵੀ ਪੈਰ ਪੈਰ ਤੇ ਮਹਾਰਾਜ ਜੀ ਆਗੇ ਚਲੇ ਗਏ। ਸੋ ਇਦਾਂ ਦੀ ਹੋਰ ਵੀ ਕੋਈ ਹੈਗੀ ਯਾਦ ਤੁਹਾਡੀ ਡੇਰੇ ਦੀ? ਹਾਂਜੀ, ਇੱਕ ਬਲਦੇਵ ਰਾਜ ਰਹਿੰਦਾ ਸੀ, ਉਹਦੀ ਬੇਟੀ ਸੀ, 6 ਬੇਟੀਆਂ ਸੀ ਉਹਦੀਆਂ। ਤੇ ਉਹ ਇੱਕ ਛੋਟੀ ਬੇਟੀ ਬਿਮਾਰ ਹੀ ਰਹਿੰਦੀ ਸੀ। ਉਹ ਜਦੋਂ ਕਪੂਰਥਲੇ ਤੋਂ ਆਏ ਉਦੋਂ ਹੀ ਉਹ ਬਿਮਾਰ ਹੀ ਰਹਿੰਦੀ ਸੀ ਜੀ। ਤੇ ਇੱਥੇ ਵੀ ਆ ਕੇ ਨਾ ਬਿਮਾਰ ਹੀ ਰਹਿੰਦੀ ਸੀ। ਤੇ ਇੱਕ ਦਿਨ ਵੈਸੇ ਹੀ ਦੁਖੀ ਹੋ ਕੇ ਨਾ ਉਹ ਕਹਿਣ ਲੱਗੇ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ ਇਹਨੂੰ ਠੀਕ ਕਰੋ ਜਾਂ ਫਿਰ ਲੈ ਜਾਓ। ਮਹਾਰਾਜ ਚੁੱਪ ਕਰ ਗਏ। ਉਸ ਤੋਂ ਬਾਅਦ ਉਹ ਹੋਲੀ ਵਾਲੇ ਦਿਨ ਉਹ ਨਾ ਚਲੀ ਗਈ। ਹੋਲੀ ਵਾਲੇ ਦਿਨ ਉਹ ਖਤਮ ਹੋ ਗਈ। ਤੇ ਹੋਲੀ ਵਾਲੇ ਦਿਨ ਤੇ ਮਹਾਰਾਜ ਜੀ ਹੋਲੀ ਖੇਡਦੇ ਹੁੰਦੇ ਬਹੁਤ। ਹਾਂਜੀ ਹਾਂਜੀ। ਅੱਛਾ। ਹੋਲੀ ਵਾਲੇ ਦਿਨ ਉਹ ਖਤਮ ਹੋ ਗਈ ਤੇ ਮਹਾਰਾਜ ਜੀ ਬਾਹਰ ਨਿਕਲੇ ਤੇ ਬਿਲਕੁਲ ਸ਼ਾਂਤ ਵਾਤਾਵਰਨ ਸੀ। ਉਹ ਰੋਂਦੇ ਪਏ ਸੀ, ਉਹਨਾਂ ਘਰ ਸਾਰੇ ਰੋਂਦੇ ਸੀ, ਸਾਰੇ ਡੇਰੇ ਵਾਲੇ ਵੀ ਉੱਧਰ ਚਲੇ ਗਏ ਕਿ ਕਿਰਨਾ ਖਤਮ ਹੋ ਗਈ। ਉਹਦਾ ਨਾਂ ਕਿਰਨਾ ਸੀ ਕਿ ਕਿਰਨਾ ਖਤਮ ਹੋ ਗਈ ਹੈ। ਤੇ ਮਹਾਰਾਜ ਜੀ ਕਹਿੰਦੇ ਬੜਾ ਸਨਾਟਾ ਛਾਇਆ ਹੈ, ਕੀ ਗੱਲ ਹੈ? ਕਹਿੰਦੇ ਉਹਨਾਂ ਦੀ ਨਾ ਲੜਕੀ ਖਤਮ ਹੋ ਗਈ ਹੈ। ਕਹਿੰਦੇ ਖਤਮ ਹੋ ਗਈ, ਚਲੋ ਆ ਗਏ ਮਹਾਰਾਜ। ਕਹਿੰਦੇ ਇੱਥੇ ਇਹ ਥੋੜਾ ਹੁੰਦਾ ਕਿ ਹੋਲੀ ਏ ਕਿ ਓਦਾਂ ਇਹਨਾਂ ਨੇ ਕਿਹਾ ਸੀ ਕਿ ਮਹਾਰਾਜ ਠੀਕ ਕਰੋ ਜਾਂ ਨੂੰ ਲੈ ਜਾਓ। ਜੇ ਹੁਣ ਉਹ ਲੈ ਗਿਆ ਤੇ ਸੋਗ ਕਾਹਦਾ? ਅੱਜ ਹੋਲੀ ਏ, ਇਹ ਚ ਕੋਈ ਮਤਲਬ ਖੁਸ਼ੀ ਔਰ ਗਮੀ ਦਾ ਡੇਰੇ ਮਤਲਬ ਗੁਰੂ ਘਰ ਜੇ ਇਹ ਨਹੀਂ ਮਨਾਇਆ ਜਾਏਗਾ ਕਿ ਅੱਜ ਹੋਲੀ ਏ ਸਾਰੇ ਹੋਲੀ ਖੇਲਣਗੇ। ਅੱਜ ਕਿਉਂ ਨਹੀਂ? ਜਦੋਂ ਸੁਣੀ ਹੈ ਤੇ ਫਿਰ ਉਹਦਾ ਕਿਉਂ ਗਮ ਕਰਨਾ? ਸੋ ਇਹ ਆ ਕਿ ਦੁੱਖ ਸੁੱਖ ਜਿਹੜੇ ਆ ਮਹਾਰਾਜ ਜੀ ਕਹਿੰਦੇ ਇੱਕੋ ਜਿੱਕੇ ਹੈ। ਸੱਚਖੰਡ ਨਾਨਕ ਧਾਮ ਦੇ ਵਿੱਚ ਸੁੱਖ ਹੈ ਤੇ ਤਾਂ ਵੀ ਉਹੋ ਹੀ, ਤੇ ਦੁੱਖ ਹੈ ਤਾਂ ਵੀ ਉਹੋ ਹੀ, ਕਿ ਉਹ ਰੱਬ ਦੇ ਦਿੱਤੇ ਹੋਏ ਆ। ਤੇ ਫਿਰ ਮਹਾਰਾਜ ਜੀ ਕਹਿੰਦੇ ਹੋਲੀ ਖੇਡੋ। ਹਾਂ, ਸਭ ਹੋਲੀ ਖੇਡੇ, ਸਾਰੇ ਖੇਲੇ, ਮਹਾਰਾਜ ਜੀ ਵੀ ਖੇਲੇ, ਸਾਰੇ ਫਿਰ ਹੋਲੀ ਖੇਡਣ ਲੱਗ ਪਏ। ਉਧਰੋਂ ਉਹਨਾਂ ਨੂੰ ਫਿਰ ਭੇਜਦਾ, ਉਹ ਸੰਸਕਾਰ ਕਰਨ ਚਲੇ ਗਏ। ਉਹਨਾਂ ਨੂੰ ਫਿਰ ਗੁੱਸੇ ਹੋਏ ਕਿ ਇਹ ਕਿਉਂ ਮਤਲਬ ਰੋਂਦੇ ਪਏ ਤੁਸੀਂ? ਵਾਹ। ਸੋ ਇਹਦਾ ਮਤਲਬ ਕਿ ਮਹਾਰਾਜ ਜੀ ਇਹ ਕਹਿੰਦੇ ਆ ਕਿ ਜਦੋਂ ਇਹੋ ਜਿਹਾ ਕੋਈ ਭਾਣਾ ਹੋਵੇ, ਗੁਰੂ ਦਾ ਹੁਕਮ ਸਮਝੋ, ਗੁਰੂ ਲੈ ਗਿਆ ਉਹਨੂੰ, ਉਹਦੇ ਚ ਦੁਖੀ ਨਾ ਹੋਵੋ, ਸਗੋਂ ਉਹਦਾ ਸਿਮਰਨ ਕਰੋ, ਸੁਖ ਮਨਾਓ, ਬਸ। ਹਾਂਜੀ। ਹੋਰ ਕੀ ਕਹਿੰਦੇ ਜਦੋਂ ਕੋਈ ਦੁਖੀ ਆਤਮਾ ਹੁੰਦੀ ਹੈ, ਬੰਦੇ ਦਾ ਦਿਲ ਦੁਖੀ ਹੁੰਦਾ ਸੀ, ਤੇ ਕਹਿੰਦੇ ਉਹ ਮਹਾਰਾਜ ਨੂੰ ਯਾਦ ਕਰਦੇ ਸੀ, ਮਹਾਰਾਜ ਖੁਦ ਪਹੁੰਚ ਜਾਂਦੇ ਸੀ। ਸੋ ਇਦਾਂ ਦੀ ਕੋਈ ਘਟਨਾ ਹੋਈ ਤੁਹਾਡੇ ਨਾਲ ਡੇਰੇ 'ਚ? ਹਾਂਜੀ ਭਾਈ, ਇੱਕ ਵਾਰੀ ਕੋਮਲ ਭਾਜੀ ਪਾਲਕ ਲੈ ਕੇ ਆਏ, ਲੋਨੀ ਤੋਂ ਲੈ ਕੇ ਆਏ ਤੇ ਕਹਿੰਦੇ ਉਹ ਨਾ ਸਵੇਰੇ ਪ੍ਰਸ਼ਾਦਾ ਖਾਂਦੇ ਸੀ, ਘਰ ਹੀ ਖਾਂਦੇ ਸੀ। ਪਾਲਕ ਲੈ ਕੇ ਆਏ ਤੇ ਮੈਨੂੰ ਕਹਿੰਦੇ ਗੁੱਡੀ ਆ ਜਾਈ ਉੱਥੇ ਤੇ ਮੈਨੂੰ ਨਾ ਬਣਾ ਦੋ ਰੋਟੀ। ਚਲੋ ਠੀਕ ਹੈ, ਮੈਂ ਕਿਹਾ ਅੱਛਾ ਠੀਕ ਹੈ ਭਾਜੀ, ਆ ਰਹੀ ਹਾਂ। ਸਾਡੇ ਕਮਾਂਡਰ ਹੁੰਦੀ ਸੀ ਨਾਲ। ਮੈਂ ਦੋਨਾਂ ਨੂੰ ਕਿਹਾ ਮੈਂ ਦੋਨੇ ਤੁਸੀਂ ਮੇਰੇ ਇੱਕ ਜਾਨੀ ਨਾਲ ਚੱਲ ਪੋ ਤੇ ਚਲੋ ਦੂਸਰੀ ਜਲਦੀ ਕੌਣ? ਹੋ ਜਾਏਗੀ।
ਦੂਸਰੀ ਕੌਣ? ਆਸ਼ਾ, ਆਸ਼ਾ, ਅੱਛਾ, ਆਸ਼ਾ ਔਰ ਕਮਾਂਡਰ ਦੋਨਾਂ ਨੂੰ ਮੈਂ ਕਿਹਾ ਤੁਸੀਂ ਇੱਕ ਜਣਾ ਮੇਰੇ ਨਾਲ ਚੱਲ ਪੋ ਤੇ ਜਲਦੀ ਹੋ ਜਾਏਗਾ। ਕਿ ਹੈਲਪ ਹੋ ਉਹ ਜਾਏਗੀ, ਦੋਨਾਂ ਜਲਦੀ ਚ ਜਲਦੀ ਕਰ ਲਾਂਗੇ ਕੰਮ। ਹਾਂਜੀ, ਹਾਂਜੀ, ਦੋਨਾਂ ਚੋਂ ਕੋਈ ਵੀ ਨਹੀਂ ਆਈ ਮੇਰੀ, ਅੱਛਾ, ਉਹਨੂੰ ਆਣ ਨਹੀਂ ਦਿੱਤਾ ਉਹਨੇ। ਚਲੋ ਮੈਂ ਚਲੀ ਗਈ, ਮੇਰਾ ਮਨ ਤਾਂ ਬੜਾ ਹੋਇਆ, ਚਲੋ ਵੀ ਆ ਜਾਂਦੀ ਚਲ ਦੋਨੇ ਜਣੇ ਤੇ ਜਲਦੀ ਹੋ ਜਾਂਦਾ। ਚਲੀ ਗਈ, ਮਨ ਮੇਰਾ ਬਹੁਤ, ਮੈਂ ਮਹਾਰਾਜ ਯਾਦ ਕੀਤਾ, ਮਹਾਰਾਜ ਚਲੋ ਠੀਕ ਹੈ, ਮੈਂ ਕਿਹਾ ਦੁਖੀ ਸੀ ਦੁਖੀ ਹੋ ਕੇ ਚਲੀ ਗਈ। ਜਾਂਦਾ ਚਲੋ ਬਣਾਉਂਦੀ ਪਈ ਸੀ ਤੇ ਇਹਨੇ ਚਿਰ ਨੂੰ ਮਹਾਰਾਜ ਚਲੇ ਗਏ। ਮਹਾਰਾਜ ਜਾ ਕੇ ਉੱਥੇ ਖਲੋ ਗਏ, ਕਹਿੰਦੇ ਕੀ ਕਰਦੀ ਵਿਸ਼ਾਦਰਾ? ਮੈਂ ਕਿਹਾ ਮਹਾਰਾਜ ਮੈਂ ਰੋਟੀ ਬਣਾ ਰਹੀ। ਉੱਠਣ ਲੱਗੀ ਮੱਥਾ ਟੇਕ ਕੇ, ਨਹੀਂ ਨਹੀਂ ਬਣਾ ਬਣਾ। ਕਹਿੰਦੇ ਬਣਿਆ ਪ੍ਰਸ਼ਾਦਾ? ਮੈਂ ਕਿਹਾ ਹਾਂਜੀ। ਉਹਨਾਂ ਨੇ ਮੇਰੇ ਕੋ ਕਹਿੰਦੇ ਮੈਨੂੰ ਨਾ ਫੁਲਕੇ ਤੇ ਹੀ ਬਸ ਸਬਜ਼ੀ ਪਾ ਦੇ, ਤੇ ਉੱਥੇ ਦਰਵਾਜ਼ੇ ਦੇ ਕੋਲ ਹੀ ਖੜੇ ਹੋ ਕੇ ਭਾਜੀ ਉਹਨਾਂ ਨੇ ਖਾਦਾ। ਦੂਸਰਾ ਪ੍ਰਸ਼ਾਦਾ ਮੰਗਿਆ, ਬਣਿਆ? ਮੈਂ ਕਿਹਾ ਹਾਂਜੀ। ਉਹ ਵੀ ਹੱਥ ਤੇ ਲਿਆ ਹੀ, ਉਹਨਾਂ ਨੇ, ਉਹਨਾਂ ਹੱਥ ਤੇ ਦੋਨੇ ਪ੍ਰਸ਼ਾਦਾ ਲੈ, ਪ੍ਰਸ਼ਾਦੇ। ਹੱਥ ਤੇ ਪ੍ਰਸ਼ਾਦਾ ਲੈ ਕੇ ਖਾਦਾ। ਹਾਂਜੀ, ਹੱਥ ਦੇ ਭਾਜੀ, ਜੀ, ਦਰਵਾਜ਼ੇ ਤੇ ਖੜੇ ਹੋ ਕੇ ਹੀ ਖਾਦਾ ਉਹਨਾਂ ਨੇ। ਉਹ ਮੇਰਾ ਜਿੰਨਾ ਮਨ ਸੀ ਸੋ ਮੈਂ ਖੁਸ਼ ਹੋ ਗਿਆ ਅੰਦਰੋਂ, ਜੋ ਮੇਰਾ ਮਨ ਦੁਖੀ ਸੀ ਖੁਸ਼ ਹੋ ਗਿਆ। ਜੋ ਖਾ ਕੇ ਚਲੇ ਗਏ। ਜਾਂਦਿਆਂ ਮੈਂ ਘਰ ਗਈ ਤੇ ਕਹਿੰਦੇ ਤੂੰ ਮਹਾਰਾਜ ਨੂੰ ਮਨਾ ਕੀਤਾ ਸੀ। ਮੈਂ ਕਿਹਾ ਮੈਂ ਕਿਉਂ ਮਨਾ ਕਰਨਾ। ਤੇ ਕੀ ਉਹ ਮਹਾਰਾਜ ਜੀ ਕੋ, ਕੀ ਉਹ ਮਹਾਰਾਜ ਜੀ ਕੋ ਆਣਾ ਚਾਹੁੰਦੇ ਸੀ? ਉਹਨਾਂ ਨੂੰ ਪਤਾ ਲੱਗ ਗਿਆ ਸੀ ਮਹਾਰਾਜ ਹਾਂਜੀ, ਜੀ ਉੱਥੇ? ਉਹ ਆਣਾ ਚਾਹੁੰਦੇ ਸੀ ਤੇ ਮਹਾਰਾਜ ਮਨਾ ਕਰਤਾ, ਨਹੀਂ ਆਣਾ। ਉਹਨਾਂ ਅੱਛਾ, ਕਿਹਾ ਤੂੰ ਜਦੋਂ ਮਨਾ ਕੀਤਾ? ਮੈਂ ਕਿਹਾ ਜਦੋਂ ਮੈਂ ਨੀ ਮਨਾ ਤੁਸੀਂ, ਕੀਤਾ। ਜਦੋਂ ਮਹਾਰਾਜ ਜੀ ਉੱਥੇ ਤੁਹਾਡੇ ਕੋਲ ਆ ਗਏ, ਪ੍ਰਸ਼ਾਦਾ ਛਕਦੇ ਪਏ ਸੀ, ਤੇ ਉਹਨਾਂ ਨੂੰ ਪਤਾ ਲੱਗ ਗਿਆ ਮਹਾਰਾਜ ਜੀ ਉੱਥੇ ਆਏ ਆ, ਹਾਂਜੀ, ਤੇ ਫਿਰ ਉਹ ਵੀ ਆਣ ਲੱਗੇ, ਹਾਂਜੀ। ਤੇ ਫਿਰ ਉਹਨਾਂ ਨੂੰ ਮਹਾਰਾਜ ਜੀ ਨੇ ਮਨਾ ਕਰਵਾਤਾ? ਮਨਾ ਕਰਵਾਤਾ ਭਾਦੀਪ ਨੂੰ ਕਿ ਇੱਧਰ ਕੋਈ ਨਹੀਂ ਆਏਗਾ। ਅੱਛਾ, ਮਨਾ ਕਰਵਾਤਾ, ਇੱਥੇ ਕੋਈ ਨਹੀਂ ਆਏਗਾ। ਓਕੇ। ਹਾਂ, ਇੱਧਰ ਕੋਈ ਨਹੀਂ ਆਏਗਾ ਹੁਣ। ਤੇ ਜਦੋਂ ਤੁਸੀਂ ਘਰ ਗਏ ਤੇ ਉਹਨਾਂ ਕਿਹਾ ਹਾਂਜੀ, ਕਿ ਵੀ ਤੁਸੀਂ ਮਹਾਰਾਜ ਨੂੰ ਸਿਖਾਇਆ ਜਾਂ ਕਿਹਾ ਹੋਣਾ? ਹਾਂਜੀ। ਮੈਨੂੰ ਕਹੇ ਤੂੰ ਹੀ ਮਹਾਰਾਜ ਨੂੰ ਸਿਖਾਇਆ ਹੈ, ਤੇ ਇਸ ਕਰਕੇ ਸਾਨੂੰ ਆ। ਮੈਂ ਕਿਹਾ ਮੈਂ ਕਿਉਂ ਸਿਖਾਣਾ, ਉਹ ਜਾਨੀ ਜਾਨ ਹੈ। ਮੈਂ ਜਿਸ ਤਰ੍ਹਾਂ ਗਈ ਉਹ ਆ ਗਏ, ਆ ਕੇ ਪ੍ਰਸ਼ਾਦਾ ਛਕ ਗਏ, ਮੇਰਾ ਮਨ ਖੁਸ਼ ਹੋ ਗਿਆ। ਇਹਦਾ ਮਤਲਬ ਹੈਗਾ ਕਿ ਜਦੋਂ ਆਤਮਾ ਤੋਂ ਬੰਦਾ ਪੁਕਾਰਦਾ ਹੈ, ਆਤਮਾ ਤੋਂ ਕੀ ਕਹਿੰਦੇ ਉਹ ਰੱਬ ਨੂੰ, ਆਪਣੇ ਗੁਰੂ ਨੂੰ ਪੁਕਾਰਦਾ ਹੈਗਾ, ਤੇ ਉਹ ਹਾਜ਼ਰ ਹੁੰਦਾ। ਸੋ ਇਹ ਹੈ ਹਾਂਜੀ, ਕਿ ਤੇਰੀ ਆਤਮਾ ਦੁਖੀ ਹੋ ਗਈ ਤੇ ਤੂੰ ਦੁਖੀ ਹੋ ਕੇ ਇਕੱਲੀ ਕੰਮ ਕਰਦੀ ਰਹੀ, ਤੇ ਤੈਨੂੰ ਸਗੋਂ ਮਹਾਰਾਜ ਜੀ ਨੇ ਖੁਦ ਦਰਸ਼ਨ ਦੇ ਕੇ ਉਹ ਪ੍ਰਸ਼ਾਦਾ ਆਪ ਆ ਕੇ ਛਕਿਆ ਹੈ। ਹਾਂਜੀ। ਉਹੀ ਮੇਰਾ ਮਨ ਖੁਸ਼ ਹੋ ਗਿਆ। ਨਹੀਂ ਤੇ 9:30 ਵਜੇ ਸਵੇਰ ਦੇ ਭਾਜੀ, ਜੋ ਕਿ ਮਹਾਰਾਜ ਜੀ ਨਹੀਂ ਖਾਂਦੇ, ਉਹ ਥੋੜਾ ਜਿਹਾ ਲੇਟਣ ਦਾ ਟਾਈਮ ਹੁੰਦਾ ਮਹਾਰਾਜ ਦਾ, 9:30 ਸਵੇਰ ਦੇ। ਹਾਂਜੀ, ਨਹੀਂ ਤਾਂ ਲੇਟ 9:30, ਉੱਠ, ਹਾਂਜੀ, ਲੇਟ ਹੋ। 9:30 ਆਂਦੇ ਆ ਮਹਾਰਾਜ, ਉਹ ਤੇ ਤੁਹਾਨੂੰ ਵੀ ਸਾਰਾ ਪਤਾ ਹੈ। ਸੋ ਮਹਾਰਾਜ ਜੀ ਇੱਥੇ ਕਹਿੰਦੇ ਕਰਦੇ ਸੀ ਇੰਗਲੈਂਡ 'ਚ ਕਿ ਜਦੋਂ ਤੁਸੀਂ ਮੇਰੇ ਸੇਵਕ ਨੂੰ ਦੁਖੀ ਕਰਦੇ ਹੋ ਤਾਂ ਤੁਸੀਂ ਮੈਨੂੰ ਦੁਖੀ ਕਰਦੇ ਹੋ। ਤੁਸੀਂ ਸੇਵਕ ਨਾਲ ਪਿਆਰ ਕਰਦੇ ਹੋ, ਸਮਝੋ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ। ਤਾਂ ਇਸ ਕਰਕੇ ਮਹਾਰਾਜ ਜੀ ਕਹਿੰਦੇ ਸੀ ਕਿ ਸੇਵਕ ਦੇ ਨਾਲ ਪਿਆਰ ਕਰੋ, ਸੇਵਕ ਦੇ ਨਾਲ ਸੱਚ ਬੋਲੋ, ਉਹਦਾ ਕੰਮ ਕਰਨਾ, ਉਹਨੂੰ ਕਹਿ ਦੋ ਮੈਂ ਕਰ ਸਕਦਾ, ਨਹੀਂ ਕਰਨਾ ਤੇ ਨਹੀਂ, ਲਾਰਾ ਨਾ ਲਾਓ। ਕਿ ਕਮ ਸੇ ਕਮ ਤੁਸੀਂ ਆਪਣੇ ਸੇਵਕਾਂ ਨਾਲ ਹੀ ਸੱਚ ਬੋਲਣਾ ਸ਼ੁਰੂ ਕਰ ਦਿਓ, ਔਰ ਸੇਵਕਾਂ ਦਾ ਦੁੱਖ ਦਰਦ ਮਿਟਾਓ, ਉਹਨਾਂ ਨੂੰ ਦੁਖੀ ਨਾ ਕਰੋ। ਤੇ ਜਦੋਂ ਤੁਸੀਂ ਸੇਵਕ ਨੂੰ ਦੁਖੀ ਕਰਦੇ ਹੋ, ਸਮਝ ਲਓ ਮੈਨੂੰ ਦੁਖੀ ਕਰਦੇ ਹੋ। ਸੋ ਇਹ ਤੁਹਾਡੀ ਸਾਕੀ ਤੋਂ ਇਹ ਮਹਾਰਾਜ ਜੀ ਨੇ ਸਿੱਧ ਕਰ ਦਿੱਤਾ ਹੈ ਕਿ ਵੀ ਸੇਵਕਾਂ ਨੂੰ ਕਿ ਤੁਸੀਂ ਆਪਸ 'ਚ ਪਿਆਰ ਕਰੋ, ਸੇਵਕ ਦੇ ਨਾਲ ਤੁਸੀਂ ਤੇਰ ਵੇਰ ਨਾ ਰੱਖੋ, ਸੇਵਕ ਨੂੰ ਦੁਖੀ ਹਾਂਜੀ, ਨਾ ਕਰੋ, ਸੇਵਕ ਬਾਰੇ ਗਲਤ ਮਤ ਬੋਲੋ, ਸੇਵਕ ਦਾ ਸਤਿਕਾਰ ਕਰੋ, ਸੇਵਕ ਦੀ ਮਦਦ ਕਰੋ। ਤੇ ਸਮਝ ਲਓ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਸੇਵਕ ਦੀਆਂ ਕਰਦੇ ਹੋ, ਤੁਸੀਂ ਮੇਰੇ ਨਾਲ ਕਰਦੇ ਹੋ। ਠੀਕ ਹੈ, ਇਹ ਮਹਾਰਾਜ ਦਾ ਹਾਂਜੀ, ਐਸ ਸਾਕੀ ਤੋਂ ਇਹ ਮਤਲਬ ਹੈਗਾ ਕਿ ਤੁਸੀਂ ਕਮ ਸੇ ਕਮ ਆਪਸ 'ਚ ਪਿਆਰ ਕਰੋ, ਇੱਕ ਦੂਜੇ ਨੂੰ ਦੁੱਖ ਨਾ ਦਿਓ। ਹਾਂਜੀ, ਸ਼ਾਰਦਾ ਜੀ ਬਹੁਤ 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 ਮਿਹਰਬਾਨੀ ਤੁਹਾਡੀ ਜੀ, ਅੱਜ ਇਹ ਸੇਵਕਾਂ ਨੂੰ ਸਾਰਾ ਦੱਸਣ ਦਾ। ਤੇ ਇਹਦੇ 'ਚ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜੀ ਇਹ ਜੋ ਮਹਾਰਾਜ ਦਰਸ਼ਨ ਦਾਸ ਜੀ ਦੇ ਲੋਨੀ ਦਰਬਾਰ ਸੀ, ਜਿੱਥੇ ਮਹਾਰਾਜ ਜੀ ਨੇ ਕਾਫੀ ਫੈਮਲੀਆਂ ਨੂੰ ਖੁਦ ਬੁਲਵਾ ਕੇ ਉੱਥੇ ਆਪਣੇ ਕੋਲ ਆਪਣੇ ਚਰਨਾਂ 'ਚ ਜਗ੍ਹਾ ਦਿੱਤੀ ਸੀ। ਤੇ ਉਹ 'ਚ ਸਾਰੇ ਬੱਚੇ, ਬੁੱਢੇ, ਬਜ਼ੁਰਗ ਸਭ ਉੱਥੇ ਹੁੰਦੇ ਸੀ, ਸਭ ਦੀ ਡਿਊਟੀ ਸੀ, ਰਲ ਮਿਲ ਕੇ ਇੱਕ ਪਰਿਵਾਰ ਨਾਲ ਰਹਿੰਦੇ ਸੀ। ਕਿੰਨੇ ਕਿੰਨੇ ਮਹੀਨੇ ਉਹਨਾਂ ਸਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਬਾਹਰ ਵੀ ਕੋਈ ਦੁਨੀਆ ਹੈਗੀ ਹੈ, ਬਾਹਰ ਜਾਣ ਦਾ ਮੌਕਾ ਮਿਲਦਾ ਹੁੰਦਾ ਸੀ ਕਦੀ ਕਦੀ। ਤੇ ਕਦੇ ਇਹ ਕਦੇ ਉਹ ਗੁਰੂ ਦੀਆਂ ਰਹਿਮਤਾਂ
ਕਿ ਜੱਗ ਹੀ ਭੁੱਲਿਆ ਹੋਇਆ ਸੀ ਤੇ ਰੱਬ ਦਾ ਹੀ ਪਤਾ ਸੀਗਾ। ਇਹ ਸੀ ਕਿ ਉਹਦੀ ਰਹਿਮਤ ਨਾਲ ਸਭ ਕੁਝ ਹੋਇਆ। ਤੇ ਅੱਜ ਜੋ ਕੁਝ ਵੀ ਇਹ ਸ਼ਾਰਦਾ ਜੀ ਨੇ ਕਿਹਾ ਹੈ, ਇਹ ਆਪਣੇ ਉਹਨਾਂ ਨੇ ਜੋ ਉਹਨਾਂ ਦੇ ਨਾਲ ਦੇਖਿਆ ਬੀਤਿਆ, ਇਹਨਾਂ ਨੇ ਉਹ ਵਿਖਿਆਨ ਕੀਤਾ। ਤੇ ਅਗਰ ਕਿਸੇ ਨੂੰ ਇਹਦੇ ਬਾਰੇ ਕੋਈ ਮਾੜਾ ਲੱਗਿਆ ਹੋਵੇ ਜਾਂ ਸਹੀ ਨਹੀਂ ਲੱਗਿਆ ਹੋਵੇ ਜਾਂ ਗਲਤ ਕਿਹਾ ਗਿਆ ਹੋਵੇ, ਤੇ ਅਸੀਂ ਦੋਨੇ ਜਣੇ क्षमा ਚਾਹੁੰਦੇ ਹਾਂ, ਮਾਫੀ ਚਾਹੁੰਦੇ ਹਾਂ। ਸ਼ਾਰਦਾ ਜੀ ਬਹੁਤ ਬਹੁਤ ਧੰਨਵਾਦ, ਤੇ ਮਹਾਰਾਜ ਜੀ ਤੁਹਾਡੇ ਤੇ ਕਿਰਪਾ ਰੱਖਣ, ਤੰਦਰੁਸਤੀ ਬਖਸ਼ਣ, ਆਪਣੇ ਨਾਲ ਜੋੜੀ ਰੱਖਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਇਹ ਸਨ ਜੀ ਸ਼ਾਰਦਾ ਜੀ, ਜਿਨ੍ਹਾਂ ਦਾ ਅਸਲੀ ਨਾਂ ਸੀ ਸ਼ਕੁੰਤਲਾ ਦੇਵੀ, ਪਰ ਮਹਾਰਾਜ ਜੀ ਨੇ ਨਾਮ ਦਿੱਤਾ। ਬੜੇ ਖੁਸ਼ਕਿਸਮਤ ਵਾਲੇ ਨੇ। ਤੇ ਜੋ ਕੁਝ ਵੀ ਅੱਜ ਉਹਨਾਂ ਕਿਹਾ ਜਾਂ ਦਾਸ ਨੇ ਪੁੱਛਿਆ, ਤੇ ਇਹਦੇ 'ਚ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਅਗਰ ਕੋਈ ਗਲਤੀ ਹੋਏ ਤਾਂ ਮਾਫੀ ਚਾਹੁੰਦੇ ਹਾਂ। ਤੇ ਅੱਗੇ ਵੀ ਮੈਂ ਕਿਹਾ, ਹੁਣ ਵੀ ਮੈਂ ਕਹਿੰਦਾ ਕਿ ਪਲੀਜ਼ ਤੁਸੀਂ ਵੀ ਅਗਰ ਆਪਣੇ ਗੁਰੂ ਜੀ ਬਾਰੇ ਦੱਸਣਾ ਚਾਹੁੰਦੇ ਹੋ ਤੇ ਪਲੀਜ਼ ਫੋਨ ਕਰੋ ਤੇ ਆਪਣੇ ਮਹਾਰਾਜ ਜੀ ਬਾਰੇ ਤੁਸੀਂ ਵੀ ਕੁਝ ਦੱਸੋ। ਤੇ ਅੱਜ ਦੇ ਲਈ ਇੰਨਾ ਹੀ। ਦਾਸ ਨੂੰ ਆਗਿਆ ਦਿਓ, ਤੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਅਗਲੇ ਐਪੀਸੋਡ 'ਚ ਮਿਲਾਂਗੇ। ਥੈਂਕ ਯੂ।